कोई भी बच्चा अपने घरों भजदा है या स्कूलों भजदा है, वो इसलिए भजदा उत्थे क्योंकि वो उत्थे सेफ नहीं फील करता। जो प्रिंसीपल ने किया है, दे सैड कि असीं तुहाडी टीसी ते इदां लिख दांगे, तुहाडे कैरेक्टर बारे इदां लिख दांगे, तुहानूं किते होर एडमिशन नहीं मिलेगी। इहदा कहण दा की मतलब है? रोकण टोकन की गल बाद च आती है। पहला बच्चों को ये लग्या कि असीं स्कूल च सी, उत्थे सानूं डांट पई, उत्थे उन्होंने कहा कि तुहाडा कोई फ्यूचर नहीं है। घर जावांगे सब तो पहले तो शेम होएगी कि मेरे पेरेंट्स ने, साडे पेरेंट्स ने इतना पैसा लाया, सब कुछ किया, उस तो बाद मैं स्कूल भी नहीं क्लीयर कर पाया। स्कूल विच बच्चे नूं दुत्कार दिता गया कि तुसीं तुहाडे विच एक कमी है, राइट। तुहानूं डांट पई, बच्चे नूं डांट पई क्योंकि उन्होंने कुछ गलत किया। उस उन्होंने धमकाया गया कि असीं तुहाडा फ्यूचर बिल्कुल ब्राइट ही नहीं होण देवांगे, राइट। क्योंकि पेरेंट्स ने कभी इन्वायरमेंट ही नहीं प्रोवाइड किया बच्चों को कि गल करन दा। जब बच्चे छोटे से पेरेंट्स वर ऑलवेज लाइक कि क्यों गल कर रहे हो, ये तो तुसीं मतलब स्कूल के बच्चे आके जो गल दसने, पेरेंट्स वाले ये तो मतलब छोटियां गल्लां ने, इस कुछ है ही नहीं सीरियस, इस मैं क्यों सुनाई लिया गल्लां, मैं बहुत बिजी अपने। सब तो पहले बच्चे को धमकाया। धमकी देना चाहे घर च हो चाहे बाहर हो, जिते मर्जी, धमकी देना अपने आप च गलत है। वो तुसीं अपना जोर ला के बच्चे को कम करवा रहे हो, जो गलत है। एज अ टीचर तुसीं उन्हां दे रूलर्स नहीं हैगे, तुसीं उन्हां दे टीचर्स हैगे, उन्हां दे गाइड्स हैगे। एज अ गाइड तुहाडा काम की है उन्हां नूं सही रस्ता दिखाना प्यार नाल। ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਦੀ। ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਰੁਦਰਪੁਰ ਦੀ ਇੱਕ ਘਟਨਾ ਪਿਛਲੇ ਦਿਨੀ ਆਪਾਂ ਕਵਰ ਕੀਤੀ ਹੈ, ਜਿਹਨੇ ਬਿਲਕੁਲ ਹਿਲਾ ਕੇ ਰੱਖ ਦਿੱਤਾ ਸੀ ਕਿ ਦੋ ਬੱਚੇ ਬਿਨਾਂ ਦੱਸੇ ਘਰ ਦੇ ਵਿੱਚੋਂ ਚਲੇ ਜਾਂਦੇ ਨੇ, ਸਕੂਲੋਂ ਦੀ ਚਲੇ ਜਾਂਦੇ ਨੇ। ਦੱਸਿਆ ਜਾਂਦਾ ਹੈ ਕਿ ਪ੍ਰਿੰਸੀਪਲ ਨੇ ਉਹਨਾਂ ਦੀ ਡਾਂਟ ਲਗਾਈ ਹੈ, ਉਸ ਡਾਂਟ ਤੋਂ ਖਫਾ ਹੋ ਕੇ ਬੱਚੇ ਬਿਨਾਂ ਦੱਸੇ ਗਾਇਬ ਹੋ ਜਾਂਦੇ ਨੇ। 2 ਦਿਨ ਤੱਕ ਮਿਲਦੇ ਨਹੀਂ ਨੇ, ਬਹੁਤ ਉਹਨਾਂ ਨੂੰ ਢੂੰਡਿਆ ਜਾਂਦਾ, ਪੂਰੇ ਇਲਾਕੇ ਤੋਂ ਛਾਣਬੀਨ ਕੀਤੀ ਜਾਂਦੀ ਹੈ, ਪੁਲਿਸ ਪ੍ਰਸ਼ਾਸਨ ਵੀ ਆਪਣੀ ਤਰਫੋਂ ਕਾਰਵਾਈ ਕਰਦਾ, ਲੇਕਿਨ ਫਿਰ ਬਾਅਦ ਨੂੰ ਉਹ ਦਿੱਲੀ ਦੇ ਵਿੱਚੋਂ ਪਾਏ ਜਾਂਦੇ ਨੇ। ਆਖਿਰ ਐਸੀ ਨੌਬਤ ਕਿਉਂ ਆਈ? ਬੱਚਿਆਂ ਨੇ ਇੰਨਾ ਵੱਡਾ ਸਟੈਪ ਕਿਉਂ ਚੁੱਕਿਆ? ਫਿਰ ਦੱਸਿਆ ਗਿਆ ਕਿ ਪ੍ਰਿੰਸੀਪਲ ਨੇ ਉਹਨਾਂ ਦੀ ਜਿੱਦਾਂ ਕਹਿੰਦੇ ਕਿ ਕੁੱਟਮਾਰ ਕੀਤੀ ਸੀ, ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ। ਸੋ ਐਸੀ ਨੌਬਤ ਦੁਬਾਰਾ ਨਾ ਆਏ, ਕਿਸੇ ਪਰਿਵਾਰ ਦਾ ਬੱਚਾ ਇਸ ਤਰ੍ਹਾਂ ਬਿਨਾਂ ਦੱਸੇ ਨਾ ਜਾਏ, ਉਹਦੇ ਤੋਂ ਰਿਲੇਟਡ ਹੀ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਕੌਰ ਜੀ ਹੈਗੇ ਨੇ, ਰੁਦਰਪੁਰ ਦੇ ਐਕਸਪਰਟ ਹੈਗੇ ਨੇ, ਮਨੋਚਿਕਿਤਸਕ ਹੈਗੇ ਨੇ। ਕਰੋਨਾ ਕਾਲ ਦੇ ਵਿੱਚ ਇਹਨਾਂ ਦੀ ਸੇਵਾਵਾਂ ਬਹੁਤ ਵਧੀਆਂ ਰਹੀਆਂ ਨੇ। ਜਿਹੜੇ ਡਿਪਰੈਸ਼ਨ 'ਚ ਆ ਚੁੱਕੇ ਸੀ, ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਟਰੀਟ ਕੀਤਾ ਹੈ। ਮੈਟਰੋ ਸਿਟੀ ਹਸਪੀਟਲ ਦੇ ਵਿੱਚ ਫਿਲਹਾਲ ਆਪਣੀ ਸੇਵਾਵਾਂ ਦੇ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਇਹ ਜਿਹੜੀ ਘਟਨਾ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਹੈ ਕਿ ਬੱਚੇ ਇੱਕਦਮ ਬਿਨਾਂ ਦੱਸੇ ਘਰੋਂ ਦੇ ਚਲੇ ਜਾਂਦੇ ਨੇ। ਇੰਨਾ ਵੱਡਾ ਸਟੈਪ ਉਹਨਾਂ ਨੇ ਲੈ ਲਿਆ। ਤੁਹਾਡੇ ਸਾਹਮਣੇ ਸਾਰੀ ਪਿਕਚਰ ਆ ਚੁੱਕੀ। ਆਖਰ ਕਾਰਨ ਕੀ ਹੋਇਆ? ਮਤਲਬ ਕਿਉਂ ਉਹਨਾਂ ਨੇ ਇੰਨਾ ਵੱਡਾ ਸਟੈਪ ਲੈਣ ਦੀ ਕੋਸ਼ਿਸ਼ ਕੀਤੀ ਹੈ? ਸਭ ਤੋਂ ਪਹਿਲਾਂ ਬੱਚੇ ਕੋਈ ਵੀ ਬੱਚਾ ਆਪਣੇ ਘਰੋਂ ਭੱਜਦਾ ਹੈ ਜਾਂ ਸਕੂਲੋਂ ਭੱਜਦਾ ਹੈ, ਉਹ ਇਸ ਲਈ ਭੱਜਦਾ ਉੱਥੇ ਕਿਉਂਕਿ ਉਹ ਉੱਥੇ ਸੇਫ ਨਹੀਂ ਫੀਲ ਕਰਦਾ, ਰਾਈਟ। ਇਹ ਚੀਜ਼ ਸਾਨੂੰ ਸਮਝਣੀ ਪਏਗੀ। ਜੋ ਸਕੂਲ ਹੁੰਦਾ ਹੈ ਜਾਂ ਘਰ ਹੁੰਦਾ ਹੈ, ਇਹ ਬੱਚੇ ਦੇ ਸੇਫ ਸਪੇਸਿਸ ਹੁੰਦੇ ਨੇ, ਜਿੱਥੇ ਪੇਰੈਂਟਸ ਨੂੰ ਵੀ ਟੈਨਸ਼ਨ ਨਹੀਂ ਹੁੰਦੀ ਕਿ ਸਾਡੇ ਬੱਚੇ ਐਵਰੀਵਨ ਦੇ ਕਿ ਮਤਲਬ ਜਿਵੇਂ ਆਪਾਂ ਬੱਚਿਆਂ ਨੂੰ ਭੇਜਦੇ ਹਾਂ ਤਾਂ ਇੱਕ ਬੇਫਿਕਰ ਹੁੰਦੇ ਹਾਂ ਕਿ ਬਿਲਕੁਲ ਉਹ ਬਈ ਉੱਥੇ ਬੱਚੇ ਸੇਫ ਬੈਠੇ ਨੇ, ਕੋਈ ਉਹਨਾਂ ਨੂੰ ਚਿੰਤਾ ਦੀ ਨਹੀਂ ਹੈ। ਲੇਕਿਨ ਇੱਥੇ ਜੋ ਘਟਨਾ ਸਾਹਮਣੇ ਆਈ ਕਿ ਉਹ ਬੱਚੇ ਜਦੋਂ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਤਾਂ ਬੱਚਾ ਦੱਸਦਾ ਹੈ ਕਿ ਮੈਨੂੰ ਪ੍ਰਿੰਸੀਪਲ ਨੇ ਇੱਕ ਤਾਂ ਮੇਰੀ ਪਿਟਾਈ ਕੀਤੀ, ਉੱਪਰ ਮੈਨੂੰ ਇਹ ਵੀ ਕਿਹਾ ਕਿ ਮੈਂ ਇਸ ਤਰ੍ਹਾਂ ਕਰ ਦਿਆਂਗਾ, ਤੇਰੀ ਜਿਹੜੀ TC ਦਿਆਂਗਾ ਉੱਥੇ ਮੈਂ ਇਹ ਲਿਖ ਦਿਆਂਗਾ ਕਿ ਤੈਨੂੰ ਕਿਤੇ ਹੋਰ ਐਡਮਿਸ਼ਨ ਨਹੀਂ ਮਿਲੇਗਾ। ਸੋ ਇਹ ਕੀ ਇੰਨਾ ਦਿਲ 'ਤੇ ਲੈ ਗਿਆ ਕਿ ਬੱਚਾ ਉਹ ਇਹਦੇ ਵਿੱਚ ਜੋ ਉਸ ਟੀਚਰ ਨੇ ਕੀਤਾ, ਉਹਨੇ ਬੜਾ ਸਮਾਰਟ ਪਲੇ ਕੀਤਾ। ਉਸ ਪ੍ਰਿੰਸੀਪਲ ਨੇ, ਟੂ ਬੀ ਓਨੈਸਟ, ਜੋ ਪ੍ਰਿੰਸੀਪਲ ਨੇ ਕੀਤਾ ਹੈ, ਦੇ ਸੈਡ ਕਿ ਅਸੀਂ ਤੁਹਾਡੀ TC ਤੇ ਇੱਦਾਂ ਲਿਖ ਦਾਂਗੇ, ਤੁਹਾਡੇ ਕੈਰੈਕਟਰ ਬਾਰੇ ਇੱਦਾਂ ਲਿਖ ਦਾਂਗੇ, ਤੁਹਾਨੂੰ ਕਿਤੇ ਹੋਰ ਐਡਮਿਸ਼ਨ ਨਹੀਂ ਮਿਲੇਗੀ। ਇਹਦਾ ਕਹਿਣ ਦਾ ਕੀ ਮਤਲਬ ਹੈ ਕਿ ਪ੍ਰਿੰਸੀਪਲ ਨੇ ਸਾਫ਼-ਸਾਫ਼ ਬੱਚੇ ਨੂੰ ਕਹਿੰਦਾ ਕਿ ਤੁਹਾਡਾ ਅੱਗੇ ਕੋਈ ਫਿਊਚਰ ਨਹੀਂ ਹੈ। ਅਗਰ ਕੋਈ ਬੱਚਾ 12th ਪਾਸ ਨਹੀਂ ਕਰੇਗਾ, ਓਬਵੀਅਸਲੀ ਉਹਦਾ ਫਿਊਚਰ ਉਨਾ ਬਰਾਈਟ ਨਹੀਂ ਹੋਏਗਾ, ਰਾਈਟ। ਜਦੋਂ ਤੁਸੀਂ ਕਿਸ ਨੂੰ ਕਹਤਾ ਕਿ ਤੁਹਾਡਾ ਫਿਊਚਰ ਹੀ ਬਰਾਈਟ ਨਹੀਂ ਹੈ, ਤੁਹਾਡੇ ਫਿਊਚਰ 'ਚ ਹੁਣ ਕੁਝ ਬੱਚੇ ਨਹੀਂ ਹੈ, ਕਿਉਂ ਕੋਈ ਵੀ ਇਨਸਾਨ ਉੱਥੇ ਰਹਿਣਾ ਚਾਹੇਗਾ, ਯੂ ਨੋ। ਉਹ ਸਭ ਤੋਂ ਪਹਿਲਾਂ ਗੱਲ ਇਹ ਹੋਈ। ਸੈਕੰਡਲੀ ਉਹ ਬੱਚੇ ਉਹ ਫਿਰ ਭੱਜ ਗਏ, ਇਹ ਨਹੀਂ ਕਿ ਉਹ ਆਪਣੇ ਘਰ ਗਏ। ਹਾਂ, ਇਹ ਜੇ ਮਤਲਬ ਚਲੋ ਉਹ ਇਹ ਤਾਂ ਪਿਕਚਰ ਸਾਨੂੰ ਸਮਝ ਆ ਗਈ ਕਿ ਉਹਨਾਂ ਨੇ ਪ੍ਰਿੰਸੀਪਲ ਨੇ ਲਿਖਿਆ, ਲੇਕਿਨ ਉਹ ਫਿਰ ਘਰ ਕਿਉਂ ਨਹੀਂ ਗਏ? ਮਤਲਬ ਬਿਨਾਂ ਦੱਸੇ ਕਿਤੇ ਹੋਰ ਚਲੇ ਜਾਂਦੇ ਨੇ, ਉਹ ਵੀ ਮਤਲਬ ਘਰ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ। ਆਖਿਰ ਇਹ ਇਹਨਾਂ ਨੇ ਕਿਉਂ ਕੀਤਾ ਬੱਚਿਆਂ ਨੂੰ? ਇਹਦੇ ਵਿੱਚ ਦੇਖੋ ਦੋ ਚੀਜ਼ਾਂ ਨੇ। ਸਭ ਤੋਂ ਪਹਿਲਾਂ ਬੱਚੇ ਘਰ ਇਸ ਲਈ ਨਹੀਂ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਘਰ ਜਾ ਕੇ ਸਾਨੂੰ ਸਭ ਤੋਂ ਪਹਿਲਾਂ ਡਾਂਟ ਪਏਗੀ ਕਿਉਂਕਿ ਤੁਹਾਡਾ ਫਿਊਚਰ ਨਹੀਂ ਕੁਛ ਹੈ। ਡਾਂਟ ਕਿਉਂ ਪਏਗੀ? ਕਿਉਂਕਿ ਬਹੁਤ ਪ੍ਰੈਸ਼ਰ ਸੀ ਬੱਚਿਆਂ ਦੇ ਉੱਪਰ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਸਕੂਲੋਂ ਵੀ ਉਹਨਾਂ ਨੂੰ ਵਧੀਆ ਮਾਹੌਲ ਨਹੀਂ ਮਿਲਿਆ ਅਤੇ ਉਹਨਾਂ ਨੇ ਜਦੋਂ ਵੇਖਿਆ ਕਿ ਘਰ ਵੀ ਸਾਨੂੰ ਡਾਂਟ ਪੈਣੀ ਹੈ ਅਤੇ ਉਹਨਾਂ ਨੂੰ ਇਹ ਸੌਖਾ ਲੱਗਾ ਕਿ ਅਸੀਂ ਕਿਤੇ ਹੋਰ ਚਲੇ ਜਾਈਏ ਜਿੱਥੇ ਸਾਨੂੰ ਕੋਈ ਰੋਕਣ ਵਾਲਾ ਨਹੀਂ, ਟੋਕਣ ਵਾਲੀ, ਕੋਈ ਡਾਂਟਣ ਵਾਲਾ ਨਹੀਂ ਹੈ। ਇਹ ਉਹਨਾਂ ਦੇ ਮਨ 'ਚ ਆਇਆ ਇਹ ਤਾਂ ਗੱਲ ਉਹਨਾਂ ਦੇ ਮਨ 'ਚ ਆਈ ਹੈ, ਰਾਈਟ, ਕਿ ਸਾਨੂੰ ਕੋਈ ਰੋਕਣ ਵਾਲਾ, ਟੋਕਣ ਵਾਲਾ ਨਹੀਂ ਹੈ, ਕਿ ਅਸੀਂ
ਰੋਕਣ ਟੋਕਣ ਦੀ ਗੱਲ ਬਾਅਦ 'ਚ ਆਉਂਦੀ ਹੈ। ਪਹਿਲਾਂ ਬੱਚਿਆਂ ਨੂੰ ਇਹ ਲੱਗਿਆ ਕਿ ਅਸੀਂ ਸਕੂਲ 'ਚ ਸੀ, ਉੱਥੇ ਸਾਨੂੰ ਡਾਂਟ ਪਈ, ਉੱਥੇ ਉਹਨਾਂ ਨੇ ਕਿਹਾ ਕਿ ਤੁਹਾਡਾ ਕੋਈ ਫਿਊਚਰ ਨਹੀਂ ਹੈ। ਘਰ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਸ਼ੇਮ ਹੋਏਗੀ ਕਿ ਮੇਰੇ ਪੇਰੈਂਟਸ ਨੇ, ਸਾਡੇ ਪੇਰੈਂਟਸ ਨੇ ਇੰਨਾ ਪੈਸਾ ਲਾਇਆ, ਸਭ ਕੁਝ ਕੀਤਾ, ਉਸ ਤੋਂ ਬਾਅਦ ਮੈਂ ਸਕੂਲ ਵੀ ਨਹੀਂ ਕਲੀਅਰ ਕਰ ਪਾਇਆ, ਰਾਈਟ। ਬੱਚੇ ਇੱਕ ਗੱਲ ਤੇ ਉੱਤੇ ਡਰ ਗਏ, ਦੂਜੀ ਗੱਲ ਤੇ ਇਸ ਤੇ ਡਰੇ ਕਿ ਉਹਨਾਂ ਨੂੰ ਲੱਗਿਆ ਕਿ ਮੇਰਾ ਆਪ ਦਾ ਕੋਈ ਫਿਊਚਰ ਹੀ ਨਹੀਂ ਹੈ, ਮੈਂ ਕਿਉਂ ਜਾਵਾਂ, ਰਾਈਟ। ਇਸ ਲਈ ਇਸ ਤੋਂ ਬੈਟਰ ਕਿ ਮੈਂ ਭੱਜ ਜਾਣਾ, ਉੱਥੇ ਜਾਣਾ ਜਿੱਥੇ ਮੇਰੀ ਕੋਈ ਆਇਡੈਂਟੀਟੀ ਨਹੀਂ ਹੈ, ਰਾਈਟ। ਬਟ ਵਾਟ ਇੱਥੇ ਗਲਤੀ ਕਿੱਥੇ ਹੋਈ ਹੈ? ਹਾਂ ਬਿਲਕੁਲ, ਆਪਾਂ ਵੀ ਇਹੋ ਜਿਹੀ ਘਟਨਾ ਦੁਬਾਰਾ ਕਿਸੇ ਦੇ ਨਾਲ ਹੋਈ, ਕਿਉਂਕਿ ਜਦੋਂ ਅਸੀਂ ਘਰ ਦਾ ਉਹਨਾਂ ਦੇ ਮਾਹੌਲ ਵੇਖਿਆ ਸੀ, ਜੋ ਉਹਨਾਂ ਦੇ ਹਾਲਾਤ ਸੀਗੇ, ਖੈਰ ਚਲੋ ਬੱਚੇ ਆ ਗਏ ਬਹੁਤ, ਇਹ ਚਲੋ ਹੋਰ ਕੋਈ ਮਾੜੀ ਸਾਨੂੰ ਖਬਰ ਨਹੀਂ ਮਿਲੀ, ਲੇਕਿਨ ਐਸੀ ਨੌਬਤ ਦੁਬਾਰਾ ਨਾ ਆਏ, ਕਿਸੇ ਦਾ ਪਰਿਵਾਰ ਦਾ ਬੱਚਾ ਇਸ ਤਰ੍ਹਾਂ ਨਾ ਭਜੇ। ਮਤਲਬ ਕੀ ਹੋਣਾ ਚਾਹੀਦਾ ਕਿ ਇਹੋ ਜਿਹੀ ਨੌਬਤ ਨਾ ਆਏ? ਓਕੇ, ਸਭ ਤੋਂ ਪਹਿਲਾਂ ਸੁਜੈਸ਼ਨ ਤੋਂ ਇੰਸਟੈਡ ਆਫ ਗੋਇੰਗ ਕਿ ਇਹ ਸੁਜੈਸ਼ਨ ਹੈ ਜਾਂ ਇਹ ਅਸੀਂ ਚੇਂਜ ਕਰਨੇ ਆ, ਉਸ ਤੋਂ ਪਹਿਲਾਂ ਇਟਸ ਬੈਟਰ ਕਿ ਅਸੀਂ ਉੱਤੇ ਪ੍ਰੋਬਲਮ ਤੇ ਫੋਕਸ ਕਰੀਏ, ਰਾਈਟ। ਐਟਲੀਸਟ ਲੈਟਸ ਨੋ ਕਿ ਪ੍ਰੋਬਲਮ ਹੈ ਕੀ, ਪ੍ਰੋਬਲਮ ਪਤਾ ਚੱਲ ਕਿ ਸੋਲੂਸ਼ਨਸ ਤਾਂ ਕੋਈ ਵੀ ਕੱਢ ਦੇਗਾ, ਪ੍ਰੋਬਲਮ ਕਿੱਥੇ ਹੈ ਐਗਜ਼ੈਕਟਲੀ। ਬਟ ਪ੍ਰੋਬਲਮ ਸਭ ਤੋਂ ਪਹਿਲਾਂ ਕਿੱਥੇ ਆਈ? ਸਭ ਤੋਂ ਪਹਿਲਾਂ ਸਕੂਲ, ਜੋ ਲਿਟਰਲੀ ਜਿਹਨੂੰ ਅਸੀਂ ਮੰਦਿਰ ਮੰਨਦੇ ਆ, ਰਾਈਟ। ਸਕੂਲ ਵਿੱਚ ਬੱਚੇ ਨੂੰ ਦੁਤਕਾਰ ਦਿੱਤਾ ਗਿਆ ਕਿ ਤੁਸੀਂ ਤੁਹਾਡੇ ਵਿੱਚ ਇਹ ਕਮੀ ਹੈ, ਰਾਈਟ। ਤੁਹਾਨੂੰ ਡਾਂਟ ਪਈ, ਬੱਚੇ ਨੂੰ ਡਾਂਟ ਪਈ ਕਿਉਂਕਿ ਉਹਨਾਂ ਨੇ ਕੁਝ ਗਲਤ ਕੀਤਾ, ਉਹਨਾਂ ਨੂੰ ਧਮਕਾਇਆ ਗਿਆ ਕਿ ਅਸੀਂ ਤੁਹਾਡਾ ਫਿਊਚਰ ਬਿਲਕੁਲ ਬ੍ਰਾਈਟ ਹੀ ਨਹੀਂ ਹੋਣ ਦੇਵਾਂਗੇ, ਰਾਈਟ। ਸੈਕੰਡ ਪ੍ਰੋਬਲਮ ਇੱਥੇ ਹੈ ਕਿ ਬੱਚੇ ਘਰ ਨਹੀਂ ਗਏ। ਘਰ ਕਿਉਂ ਨਹੀਂ ਗਏ? ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਗਰ ਉਹ ਘਰ ਜਾਣਗੇ ਤਾਂ ਘਰੋਂ ਵੀ ਸਾਨੂੰ ਸ਼ੇਮ ਮਿਲੇਗੀ, ਸਾਨੂੰ ਐਕਸੈਪਟ ਨਹੀਂ ਕਰੇਗਾ ਘਰ ਵਾਲਾ ਕੋਈ, ਰਾਈਟ, ਸ਼ੇਮ ਮਿਲੇਗੀ। ਸੋ ਬੱਚੇ ਦੇ ਫੈਲਟ ਇਟ ਈਜ਼ੀਅਰ ਕਿ ਅਸੀਂ ਇਸ ਤੋਂ ਬੈਟਰ ਭੱਜ ਜਾਂਦੇ ਹਾਂ। ਇਹ ਨੇ ਸਾਡੀ ਦੋ ਪ੍ਰੋਬਲਮ। ਮੈਂ ਇੱਕ ਗੱਲ ਸੁਣਨਾ, ਅਗਰ ਉਹਨਾਂ ਦਾ ਘਰ ਦਾ ਮਾਹੌਲ ਵਧੀਆ ਹੁੰਦਾ, ਜਿਵੇਂ ਆਪਣੇ ਕਹਿੰਦੇ ਕਿ ਅਸੀਂ ਘਰ, ਸਾਨੂੰ ਕੁਝ ਨਹੀਂ ਕਿਹਾ ਜਾਏਗਾ, ਸਾਨੂੰ ਕੋਆਪਰੇਟ ਕੀਤਾ ਜਾਏਗਾ, ਤਾਂ ਹੋ ਸਕਦਾ ਸੀ ਸ਼ਾਇਦ ਉਹ ਘਰ ਜਾਂਦੇ ਉਸ ਵੇਲੇ। ਬਿਲਕੁਲ, ਇਹਨੂੰ ਅਸੀਂ ਕਹਿੰਦੇ ਹਾਂ ਪੈਰੈਂਟਿੰਗ ਵਿੱਚ ਪਰਵਰਿਸ਼ ਵਿੱਚ ਇੱਕ ਚੀਜ਼ ਹੁੰਦੀ ਜਿਹਨੂੰ ਅਸੀਂ ਕਹਿੰਦੇ ਹਾਂ ਅਨਕੰਡੀਸ਼ਨਲ ਲਵ। ਕੰਡੀਸ਼ਨਲ ਲਵ ਕੀ ਹੁੰਦਾ ਹੈ? ਜੋ ਬੱਚਿਆਂ ਨੂੰ ਲੱਗਦਾ ਹੈ, ਇਟ ਇਜ਼ ਕਿ ਅਗਰ ਜੋ ਇੱਕ ਬੱਚੇ ਨੂੰ ਲੱਗੇਗਾ ਕਿ ਅਗਰ ਮੇਰਾ ਗ੍ਰੇਡ D ਆਇਆ ਜਾਂ ਅਗਰ ਮੇਰੇ 30% ਮਾਰਕਸ ਹੈ ਤੇ ਮੇਰੇ ਪੇਰੈਂਟਸ ਮੈਨੂੰ ਘੱਟ ਪਿਆਰ ਕਰਨਗੇ, ਅਗਰ ਮੇਰੇ 90% ਮਾਰਕਸ ਹੈ ਤੇ ਮੇਰੇ ਪੇਰੈਂਟਸ ਮੈਨੂੰ ਜ਼ਿਆਦਾ ਪਿਆਰ ਕਰਨਗੇ। ਇੱਕ ਬਹੁਤ ਹੀ ਨਾਰਮਲ ਕਨਸੈਪਟ ਹੈ ਜੋ ਅਸੀਂ ਡੇ ਟੂ ਡੇ ਆਪਣੀ ਲਾਈਫ 'ਚ ਸੁਣਨੇ ਆ। ਇਹਨੂੰ ਅਸੀਂ ਕਹਿੰਦੇ ਕਿ ਕੰਡੀਸ਼ਨਸ ਨਾਲ ਪਿਆਰ, ਕਿ ਇਹ ਕੰਡੀਸ਼ਨ ਹੈ 90% ਮਾਰਕਸ ਆਣਗੇ ਤਾਂ ਜ਼ਿਆਦਾ ਪਿਆਰ ਮਿਲੇਗਾ। ਬਟ ਇੱਕ ਪੇਰੈਂਟਸ ਦਾ ਲਵ ਇੱਦਾਂ ਹੋਣਾ ਚਾਹੀਦਾ ਕਿ ਚਾਹੇ ਮੇਰੇ ਬੱਚੇ ਦੇ 90% ਮਾਰਕਸ ਹਨ ਜਾਂ 30% ਮਾਰਕਸ ਹਨ, ਬੱਚੇ ਨੂੰ ਪਿਆਰ ਓਨਾ ਹੀ ਮਿਲਣਾ ਚਾਹੀਦਾ। ਮਤਲਬ ਉਹਨੂੰ ਕਦੀ ਇਹ ਮਹਿਸੂਸ ਨਾ ਹੋਏ ਕਿ ਮੇਰੇ ਨੰਬਰ ਘੱਟ ਆਏ ਤੇ ਪਿਆਰ ਦੇ ਵਿੱਚ ਕਮੀ ਆ ਗਈ ਹੈ। ਬਿਲਕੁਲ ਜੀ, ਬੱਚਿਆਂ ਦੇ ਮਾਰਕਸ ਡਿਫਾਈਨ ਨਹੀਂ ਕਰਨੇ ਚਾਹੀਦੇ ਉਹਨਾਂ ਦਾ ਪਿਆਰ ਜੋ ਉਹਨੂੰ ਮਿਲਦਾ ਆਪਣੇ ਪੇਰੈਂਟਸ ਤੋਂ। ਪੇਰੈਂਟਸ ਨੂੰ ਇਹ ਚੀਜ਼ ਹਮੇਸ਼ਾ ਤੋਂ ਬੱਚੇ ਨੂੰ ਕਹਿਣੀ ਹੈ, ਦੱਸਣੀ ਚਾਹੀਦੀ ਕਿ ਅਸੀਂ ਤੁਹਾਨੂੰ ਪਿਆਰ ਕਰਾਂਗੇ, ਜੋ ਮਰਜ਼ੀ ਮਾਰਕਸ ਆ ਜਾਣ, ਜਿੱਥੇ ਮਰਜ਼ੀ ਤੁਸੀਂ ਚੱਲ ਜਾਓ, ਸਾਡਾ ਸਪੋਰਟ ਤੁਹਾਡੇ ਨਾਲ ਰਹੇਗਾ। ਬੱਚੇ ਕਿਉਂ ਭੱਜੇ? ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚੇ ਨੂੰ ਕਦੇ ਵੀ ਕੋਈ ਦੁਵਿਧਾ, ਕੋਈ ਮੁਸੀਬਤ, ਉਹਨੂੰ ਸਭ ਤੋਂ ਪਹਿਲਾਂ ਮਾਪੇ ਨਜ਼ਰ ਆਉਣ, ਆਪਣਾ ਘਰ ਨਜ਼ਰ ਆਏ, ਬੇਹਿਚਕ ਉਹ, ਬੇਡਰੇ ਉਹ ਸਾਰੀ ਗੱਲ ਕਹੇ। ਐਗਜ਼ੈਕਟਲੀ, ਇਹੀ ਗੱਲ ਹੈ। ਬੱਚੇ ਅੱਜ ਦੇ ਡੇਟ 'ਚ ਅਸੀਂ ਦੇਖਦੇ ਹਾਂ ਬੱਚੇ ਜ਼ਿਆਦਾ ਕਲੋਜ਼ ਨੇ ਆਪਣੇ ਫਰੈਂਡਸ ਨਾਲ। ਹਾਂ ਅਸੀਂ ਵੀ ਵੇਖਿਆ ਕਿ ਜੋ ਬੱਚੇ ਕਈ ਵਾਰੀ ਹੁੰਦਾ, ਬੱਚਿਆਂ ਦੀ ਗੱਲਾਂ ਮਾਂ ਪਿਓ ਨੂੰ ਨਹੀਂ ਪਤਾ ਹੁੰਦੀਆਂ, ਉਹਨਾਂ ਦੇ ਯਾਰ ਦੋਸਤ ਜਿਹੜੇ ਬੱਚੇ ਹੁੰਦੇ, ਫਰੈਂਡ, ਉਹਨਾਂ ਨੂੰ ਸਾਰੀ ਗੱਲਾਂ ਪਤਾ ਹੁੰਦੀਆਂ ਨੇ। ਇਹਦਾ ਮੇਨ ਰੀਜ਼ਨ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਉਹ ਪੇਰੈਂਟਸ ਨਾਲ ਗੱਲ ਹੀ ਨਹੀਂ ਕਰ ਸਕਦੇ, ਰਾਈਟ। ਕਿਉਂਕਿ ਪੇਰੈਂਟਸ ਨੇ ਕਦੇ ਇੱਕ ਇਨਵਾਇਰਨਮੈਂਟ ਹੀ ਨਹੀਂ ਪ੍ਰੋਵਾਈਡ ਕੀਤਾ ਬੱਚਿਆਂ ਨੂੰ ਕਿ ਗੱਲ ਕਰਨ ਦਾ। ਜਦ ਬੱਚੇ ਛੋਟੇ ਸੀਗੇ, ਪੇਰੈਂਟਸ ਵਰ ਆਲਵੇਜ਼ ਲਾਈਕ ਕਿ ਇਹ ਕਿਉਂ ਗੱਲ ਕਰ ਰਹੇ ਹੋ, ਇਹ ਤਾਂ ਤੁਸੀਂ ਮਤਲਬ ਸਕੂਲ ਦੇ ਬੱਚੇ ਆ ਕੇ ਜਦੋਂ ਗੱਲ ਦੱਸਦੇ ਪੇਰੈਂਟਸ ਵਾਲੇ, ਇਹ ਤਾਂ ਮਤਲਬ ਛੋਟੀਆਂ ਗੱਲਾਂ ਨੇ, ਇਹ 'ਚ ਕੁਝ ਹੈ ਹੀ ਨਹੀਂ ਸੀਰੀਅਸ, ਇਹ 'ਚ ਮੈਂ ਕਿਉਂ ਸੁਣਾਈ ਲਈ ਗੱਲਾਂ, ਮੈਂ ਬਹੁਤ ਬਿਜ਼ੀ ਆਪਣੇ ਕੰਮ 'ਚ। ਇਸ ਲਈ ਆਪਾਂ ਡਾਂਟ ਦਿੰਦੇ ਆ, ਕਿਤੇ ਉਹਦੀ ਵਾਰ ਉਹਨੂੰ ਝਾੜ ਦਿੰਦੇ ਆ ਉਹਨੂੰ। ਜਿਸ ਤਰ੍ਹਾਂ ਸਿਰਫ ਡਾਂਟਣਾ ਨਹੀਂ ਹੁੰਦਾ, ਤੁਸੀਂ ਬੱਚੇ ਨੂੰ ਜਦ ਇਗਨੋਰ ਹੀ ਕਰ ਦਿੰਦੇ ਹੋ ਕਿ ਮੈਂ ਆਪਣਾ ਕੰਮ ਕਰ ਰਿਹਾ, ਤੁਸੀਂ ਪਲੀਜ਼ ਕਿਤੇ ਹੋਰ ਜਾ ਕੇ ਗੱਲ ਕਰ ਲਓ, ਇਹ ਬਿਲਕੁਲ ਪਿਆਰ ਨਾਲ ਗੱਲ ਕਹੀ ਹੈ। ਬਟ ਤੁਸੀਂ ਬੱਚੇ ਨੂੰ ਅਨਕੌਂਸ਼ੀਅਸਲੀ ਕਿਤੇ ਨਾ ਕਿਤੇ ਇਹ ਕਹਿ ਰਹੇ ਹੋ ਕਿ ਤੁਹਾਡੀ ਗੱਲ ਇੰਪੋਰਟੈਂਟ ਨਹੀਂ ਹੈ, ਮੇਰਾ ਕੰਮ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਸੀਂ ਛੋਟੇ ਹੁੰਦੇ ਬੱਚੇ ਨੂੰ ਕਦੀ ਉਹਨਾਂ ਦੀ ਗੱਲ ਦੀ ਇੰਪੋਰਟੈਂਸ ਰਿਅਲਾਈਜ਼ ਹੀ ਨਹੀਂ ਕਰਾਈ ਤਾਂ ਵੱਡੇ ਹੋ ਕੇ ਕਿਉਂ ਗੱਲ ਕਰਨਗੇ ਤੁਹਾਡੇ ਨਾਲ? ਇਹ ਸਭ ਤੋਂ ਪਹਿਲਾਂ ਗੱਲ ਹੈ, ਰਾਈਟ। ਦੈਨ ਦਿਸ ਥਿੰਗ ਜਸਟ ਗਰੋਜ਼ ਔਨ। ਵੱਡੇ ਹੋ ਕੇ ਬੱਚੇ ਨਹੀਂ ਗੱਲ ਕਰਨਗੇ, ਉਹ ਆਪਣੇ ਦੋਸਤਾਂ ਨਾਲ ਗੱਲ ਕਰਨਗੇ। ਹੁਣ ਜੋ ਐਡਵਾਈਸ ਐਜ਼ ਅ ਪੇਰੈਂਟ ਤੁਸੀਂ ਦੋਗੇ, ਉਹ ਐਜ਼ ਫਰੈਂਡਸ ਨਹੀਂ ਦੇ ਸਕਦਾ ਕੋਈ ਵੀ, ਕਿਉਂਕਿ ਫਰੈਂਡਸ ਉਹਨਾਂ ਦੇ ਹਾਰਡ ਦੇ ਹੁੰਦੇ ਨੇ, ਰਾਈਟ। ਐਂਡ ਇੱਥੇ ਹੀ ਤਾਂ ਹੀ ਬੱਚੇ ਘਰ ਨਹੀਂ ਆਏ ਆਪਣੇ। ਨਹੀਂ, ਇਸ ਜਿਹੜਾ ਇਹ ਸਾਰਾ ਜਿਹੜਾ ਟੌਪਿਕ, ਇਹਦੇ ਵਿੱਚ ਕੀ ਸਕੂਲ ਵਾਲੇ ਦੀ ਗਲਤੀ ਆਪਾਂ ਕਹਿ ਸਕਦੇ ਹਾਂ? ਪ੍ਰਿੰਸੀਪਲ ਜਿਹੜੇ ਉਹਨਾਂ ਨੂੰ ਮੰਨ ਲਓ ਡਾਂਟ ਕੇ ਉਹਨਾਂ ਨੂੰ TC 'ਤੇ ਕਿਹਾ, ਮੈਂ ਤੇਰੇ TC 'ਤੇ ਇਹ ਲਿਖ ਦਿਆਂਗਾ ਕਿ ਤੈਨੂੰ ਕਿਤੇ ਹੋਰ ਐਡਮਿਸ਼ਨ ਨਹੀਂ ਮਿਲੇਗਾ, ਇਹ ਕੀ ਵਾਜਿਬ ਇਸ ਤਰ੍ਹਾਂ ਹੋਣਾ ਚਾਹੀਦਾ? ਆਈਡੀਅਲੀ ਗਲਤੀ ਦੋਵੇਂ ਪਾਸੋਂ ਦੀ ਹੈ, ਰਾਈਟ। ਪੇਰੈਂਟਸ ਦੀ ਤਾਂ ਜਿੱਥੋਂ ਹੈ ਉਹ ਅਸੀਂ ਗੱਲ ਕਰ ਲਈ। ਹੁਣ ਅਸੀਂ ਟੀਚਰਸ ਦੀ ਕਿੱਥੋਂ ਗਲਤੀ ਹੈ? ਟੀਚਰਸ
what are teachers? ਬੱਚੇ ਸਕੂਲ ਟੀਚਰਸ ਕੋਲ ਜਾਂਦੇ ਨੇ ਕੁਝ ਸਿੱਖਣ, you know, but one thing that teachers need to remember is whenever ਜਦੋਂ ਵੀ ਕੋਈ ਬੱਚਾ ਸਕੂਲ ਜਾਂਦਾ ਹੈ ਉਹਦੀ ਓਵਰਆਲ ਗਰੋਥ ਹੁੰਦੀ ਹੈ। ਸਿਰਫ ਅਕੈਡਮਿਕਲੀ ਤੁਸੀਂ ਬੱਚੇ ਦੀ ਗਰੋਥ ਨਹੀਂ ਕਰਦੇ ਹੋ, ਸਿਰਫ 2+2 ਨੂੰ ਸਿਖਾ ਕੇ ਇਜ਼ ਨਾਟ ਇਨਫ। ਲਾਈਫ ਵਿੱਚ 2+2 ਦਾ ਇੰਪੋਰਟੈਂਸ ਵੇ ਲੈਸ ਹੈ, ਉਹਦੀ ਇਮੋਸ਼ਨਲ ਗਰੋਥ ਦੀ ਇੰਪੋਰਟੈਂਸ ਕਿਤੇ ਜ਼ਿਆਦਾ ਹੈ, ਰਾਈਟ? ਬਿਕਾਜ਼ ਵੀ ਲਿਵ ਆਰ ਲਾਈਫ ਥਰੂ ਆਰ ਇਮੋਸ਼ਨਸ। ਸਾਡੀ ਇੰਟੈਲੀਜੈਂਸ ਇੱਕ ਟਾਈਮ ਤੱਕ ਸਾਡੇ ਨਾਲ ਰਹਿੰਦੀ ਹੈ, ਯੂ ਨੋ, ਇੱਕ ਟਾਈਮ ਤੱਕ ਸਾਡੇ ਕੰਮ ਆਉਂਦੀ ਹੈ, ਬਟ ਹੁਣ ਉਹੀ ਇੰਟੈਲੀਜੈਂਸ ਨੂੰ ਮੈਂ ਯੂਜ਼ ਕਿੱਦਾਂ ਕਰਨਾ ਨਾ, ਉੱਥੇ ਸਾਡੇ ਇਮੋਸ਼ਨਸ ਆਉਂਦੇ ਨੇ। ਟੀਚਰਸ ਨੂੰ ਇਹ ਗੱਲ ਰਿਅਲਾਈਜ਼ ਕਰਨੀ ਬਹੁਤ ਇੰਪੋਰਟੈਂਟ ਹੈ ਕਿ ਬੱਚੇ ਦੀ ਓਵਰਆਲ ਗਰੋਥ ਹੈ ਉਹ ਤੁਹਾਡੇ ਹੱਥ ਵਿੱਚ ਹੈਗੀ ਹੈ। ਸੋ ਇੱਥੇ ਇੱਕ ਉਸ ਪ੍ਰਿੰਸੀਪਲ ਨੇ ਕੀ ਕੀਤਾ, ਸਭ ਤੋਂ ਪਹਿਲਾਂ ਬੱਚੇ ਨੂੰ ਧਮਕਾਇਆ। ਧਮਕੀ ਦੇਣਾ ਚਾਹੇ ਘਰ 'ਚ ਹੋਏ ਚਾਹੇ ਬਾਹਰ ਹੋਏ, ਜਿੱਥੇ ਮਰਜ਼ੀ ਧਮਕੀ ਦੇਣਾ ਆਪਣੇ ਆਪ 'ਚ ਗਲਤ ਹੈ। ਉਹਦੇ ਤੁਸੀਂ ਆਪਣਾ ਜ਼ੋਰ ਲਾ ਕੇ ਬੱਚੇ ਨੂੰ ਕੰਮ ਕਰਵਾ ਰਹੇ ਹੋ, ਜੋ ਗਲਤ ਹੈ। ਐਜ਼ ਅ ਟੀਚਰ ਤੁਸੀਂ ਉਹਨਾਂ ਦੇ ਰੂਲਰਸ ਨਹੀਂ ਹੈਗੇ ਹੋ, ਤੁਸੀਂ ਉਹਨਾਂ ਦੇ ਟੀਚਰਸ ਹੈਗੇ, ਉਹਨਾਂ ਦੇ ਗਾਈਡਸ ਹੈਗੇ ਹੋ। ਐਜ਼ ਅ ਗਾਈਡ ਤੁਹਾਡਾ ਕੰਮ ਕੀ ਹੈ, ਉਹਨਾਂ ਨੂੰ ਸਹੀ ਰਸਤਾ ਦਿਖਾਉਣਾ ਪਿਆਰ ਨਾਲ, ਐਂਡ ਉਹ ਸਹੀ ਰਸਤਾ ਦਿਖਾਉਣਾ ਜੋ ਉਹਨਾਂ ਲਈ ਸਹੀ ਹੈ, ਨਾ ਕਿ ਜੋ ਤੁਹਾਡੇ ਲਈ ਸਹੀ ਹੈ। ਓਕੇ, ਬਟ ਇੱਥੇ ਪ੍ਰਿੰਸੀਪਲ ਨੇ ਕੀ ਕੀਤਾ, ਬੱਚੇ ਨੂੰ ਸਭ ਤੋਂ ਪਹਿਲਾਂ ਮਾਰਿਆ। ਮਾਰਨ ਨਾਲ ਤੁਸੀਂ ਬੱਚੇ ਨੂੰ ਡਾਇਰੈਕਟਲੀ ਤੁਸੀਂ ਕਹਿੰਦੇ ਕਿ ਤੁਸੀਂ ਗਲਤ ਹੋ। ਹੱਥ ਤੁਸੀਂ ਚੁੱਕਿਆ ਕਿ ਮੈਂ ਵੱਡੀ ਹਾਂ, ਤੁਸੀਂ ਮੇਰੇ ਤੋਂ ਛੋਟੇ ਹੋ, ਤੁਸੀਂ ਜੋ ਕੀਤਾ ਉਹ ਗਲਤ ਹੈ, ਸਭ ਤੋਂ ਪਹਿਲੀ ਚੀਜ਼। ਸੈਕੰਡਲੀ ਤੁਸੀਂ ਬੱਚੇ ਨੂੰ ਕਿਹਾ ਕਿ ਮੈਂ ਤੁਹਾਡੇ ਟੀਸੀ 'ਤੇ ਤੁਹਾਡੀ ਟੀਸੀ 'ਤੇ ਇੱਦਾਂ ਦੀ ਚੀਜ਼ਾਂ ਲਿਖ ਦਾਂਗੀ ਕਿ ਤੁਹਾਨੂੰ ਅੱਗੇ ਜਾ ਕੇ ਕਿਤੇ ਐਡਮਿਸ਼ਨ ਨਾ ਮਿਲੇ। ਸਰ ਸਾਫ਼ ਬੱਚੇ ਨੂੰ ਕਹਿੰਦਾ ਕਿ ਤੁਹਾਡਾ ਫਿਊਚਰ ਮੇਰੇ ਹੱਥ 'ਚ ਹੈ, ਮੈਂ ਤੇਰਾ ਫਿਊਚਰ ਖਰਾਬ ਕਰ ਦਾਂਗੀ। ਦੈਨ ਤੁਸੀਂ ਤੀਜੀ ਗੱਲ ਜੋ ਬੱਚੇ ਨੂੰ ਕਹੀ ਹੈ ਕਿ ਜੋ ਵੀ ਮੈਂ ਕਵਾਂਗੀ ਤੇਰੇ ਘਰ 'ਚ ਉਹੀ ਹੋਏਗਾ। ਹਾਂ, ਉਹ ਬੱਚਾ ਕਹਿੰਦਾ ਸੀ ਕਿ ਵੀ ਪ੍ਰਿੰਸੀਪਲ ਨੇ ਮੈਨੂੰ ਇਹ ਕਿ ਜੋ ਮੈਂ ਤੇਰੇ ਮਾਪਿਆਂ ਨੂੰ ਕਹਾਂਗਾ ਉਹ ਮੇਰੀ ਗੱਲ ਹੀ ਮੰਨਣਗੇ, ਤੇਰੀ ਕੋਈ ਗੱਲ ਨਹੀਂ ਸੁਣਨਗੇ। ਐਗਜ਼ੈਕਟਲੀ, ਉੱਥੇ ਤੁਸੀਂ ਬੱਚੇ ਨੂੰ ਫਿਰ ਕਹਤੇ ਕਿ ਤੇਰੀ ਕੋਈ ਪਲੇਸ ਹੀ ਨਹੀਂ ਹੈ, ਨਾ ਘਰ ਤੇਰੀ ਕੋਈ ਜਗ੍ਹਾ ਹੈ, ਨਾ ਸਕੂਲ ਜਗ੍ਹਾ ਹੈ। ਕੋਈ ਵੀ ਬੱਚਾ, ਕੋਈ ਵੀ ਇਨਸਾਨ ਫॉर दैट ਮੈਟਰ ਉਸ ਪਲੇਸ 'ਤੇ ਕਿਉਂ ਜਾਏਗਾ ਜਿੱਥੇ ਉਹਦੀ ਕੋਈ ਜਗ੍ਹਾ ਹੀ ਨਹੀਂ ਹੈ। ਦੇयर इज़ अ ਰੀਜ਼ਨ ਕਿ ਤੁਸੀਂ ਵੀ ਐਜ਼ ਅ ਪ੍ਰਿੰਸੀਪਲ ਇਹ ਸਕੂਲ ਚੂਜ਼ ਕੀਤਾ ਸੀਗਾ। ਵਾਈ? ਬਿਕੋਜ਼ ਤੁਹਾਨੂੰ ਲੱਗਾ ਸੀ ਤੁਹਾਡੀ ਇੱਥੇ ਇੱਕ ਪਲੇਸ ਹੈ, ਬਟ ਤੁਸੀਂ ਉਸੇ ਪਲੇਸ 'ਚ ਕਿਸੇ ਹੋਰ ਨੂੰ ਦੁਤਕਾਰਤਾ ਅਤੇ ਇਸ ਲਈ ਉਹੀ ਬੱਚਾ ਫਿਰ ਉਸ ਪਲੇਸ ਤੋਂ ਭੱਜ ਗਿਆ। ਇਟਸ ਐਜ਼ ਸਿੰਪਲ ਐਜ਼ ਦੈਟ। ਮਤਲਬ ਉਹਨੇ ਨਾ ਤੇ ਸਕੂਲ ਨੂੰ ਸੇਫ ਸਮਝਿਆ, ਨਾ ਘਰ ਨੂੰ ਸੇਫ ਸਮਝਿਆ, ਤੇ ਉਹਨੇ ਫਿਰ ਇਹੋ ਜਿਹਾ ਸਟੈਪ ਲਿਆ। ਐਗਜ਼ੈਕਟਲੀ। ਬਿਲਕੁਲ, ਮੈਂ ਚਾਹੂੰਗਾ ਕਿ ਆਪਾਂ ਵੀਡੀਓ ਖੈਰ ਜ਼ਿਆਦਾ ਲੰਮੀ ਹੋ ਗਈ, ਲੇਕਿਨ ਟੌਪਿਕ ਬਹੁਤ ਜ਼ਰੂਰੀ ਹੈ। ਜਾਂਦੇ ਕੋਈ ਘੱਟ ਸ਼ਬਦਾਂ ਕੋਈ ਮੈਸੇਜ, ਕੋਈ ਸੁਨੇਹਾ ਦੇਣਾ ਚਾਹੋ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਟਰੀਟ ਕਰੀ ਘੱਟ ਸ਼ਬਦਾਂ ਨੂੰ? ਓਕੇ, ਇਹਦੇ ਵਿੱਚ ਮੈਂ 2 ਮੈਸੇਜ ਦੇਣਾ ਚਾਹਾਂਗੀ। ਸਭ ਤੋਂ ਪਹਿਲਾਂ ਪੇਰੈਂਟਸ ਐਂਡ ਟੀਚਰਸ ਨੂੰ, ਐਂਡ ਸੈਕੰਡਲੀ children know. So for parents and teachers, what is really important is to understand कि ये जो बच्चे ने ना, they are सब तो पहला ये ਤੁਹਾਡੀ ਰਿਸਪੌਂਸਿਬਿਲਿਟੀ ਨੇ, ਰਾਈਟ? ਇਹ ਬੱਚੇ ਆਪਣੀ ਮਰਜ਼ੀ ਨਾਲ ਨਹੀਂ ਆਏ ਨੇ। ਐਜ਼ ਪੇਰੈਂਟਸ ਤੁਹਾਡਾ ਡਿਸੀਜਨ ਸੀ ਟੂ ਗੈਟ ਥੀਸ ਚਿਲਡਰਨ ਇਨਟੂ ਦ ਵਰਲਡ, ਰਾਈਟ? ਸੋ ਅਗਰ ਤੁਸੀਂ ਬੱਚੇ ਨੂੰ ਕੱਲ੍ਹ ਨੂੰ ਇਸ ਗੱਲ 'ਤੇ ਸ਼ੇਮ ਕਰ ਰਹੇ ਹੋ ਕਿ ਮੈਂ ਤੁਹਾਡੇ 'ਤੇ ਇੰਨਾ ਪੈਸਾ ਲਾਇਆ ਹੈ ਐਂਡ ਤੁਸੀਂ ਫਿਰ ਵੀ ਕੁਝ ਨਹੀਂ ਬਣ ਰਹੇ ਹੋ, ਬੱਚੇ ਨੇ ਕਦੀ ਨਹੀਂ ਕਿਹਾ ਸੀ, ਤੁਹਾਡਾ ਡਿਸੀਜਨ ਸੀ ਕਿ ਉਹਨੂੰ ਮੈਂ 12th ਤੱਕ ਪੜ੍ਹਾਉਣਾ ਹੈ। ਤਾਂ ਆਪਣੀ ਜੋ ਵੀ ਤੁਹਾਨੂੰ ਲੱਗਦਾ ਨਾ ਕਿ ਮੈਂ ਇਹ ਕੀਤਾ ਹੈ, ਇਹ ਤੁਹਾਡੇ ਸੈਕਰੀਫਾਈਸਿਸ ਨੇ, ਤੁਸੀਂ ਉਹ ਸੈਕਰੀਫਾਈਸਿਸ ਆਪਣੇ ਮਨ ਕਰਕੇ ਕੀਤੇ ਨੇ। ਬੱਚਾ ਕੀਤੇ ਔਨ ਕਿਡਸ ਨੇ, ਯੈਸ, ਬਟ ਉਸ ਬੱਚੇ ਨੇ ਕਦੀ ਨਹੀਂ ਮੰਗੇ ਸੀ, ਅਤੇ ਉਹਨਾਂ ਨੂੰ ਸ਼ੇਮ ਨਾ ਕਰੋ ਇਹਦੇ ਲਈ, ਰਾਈਟ? ਐਂਡ ਇੱਕ ਬੱਚੇ ਨੂੰ ਜੋ ਅਸੀਂ ਹੁਣੇ ਗੱਲ ਕੀਤੀ ਸੀ ਇੱਕ ਅਨਕੰਡੀਸ਼ਨਲ ਲਵ ਤੋਂ, ਐਂਡ ਇੱਥੇ ਹੀ ਇੱਕ ਫॉर ਟੀਚਰਸ ਇੱਕ ਅਨਕੰਡੀਸ਼ਨਲ ਐਕਸੈਪਟੈਂਸ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਕੋਲ ਕੱਲ੍ਹ ਨੂੰ ਕੋਈ ਬੱਚਾ ਆਉਂਦਾ ਹੈ ਜੋ ਚੋਰੀਆਂ ਕਰਦਾ ਹੈ, ਜਾਂ ਕੋਈ ਬੱਚਾ ਫॉर ਐਗਜ਼ਾਮਪਲ ਜੋ ਮੈਂਟਲੀ ਰਿਟਾਰਡਡ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੈਗੇ ਨੇ, ਤੁਸੀਂ ਉਹਨਾਂ ਨੂੰ ਦੁਤਕਾਰੋਗੇ ਤਾਂ ਉਹਦੀ ਤਾਂ ਗਰੋਥ ਉੱਥੇ ਰੁਕ ਜਾਏਗੀ। ਬਟ ਐਜ਼ ਟੀਚਰਸ ਤੁਹਾਡਾ ਕੰਮ ਹੈ ਸਾਰਿਆਂ ਨੂੰ ਗਾਈਡ ਕਰਨਾ। ਜੋ ਵੀ ਇੱਥੇ ਟੀਚਰਸ ਨੇ ਜਾਂ ਪ੍ਰਿੰਸੀਪਲ ਨੇ, ਤੁਸੀਂ ਬੀਐਡ ਤਾਂ ਆਪਣੀ ਕੀਤੀ ਸੀ, ਸਾਰੇ ਟੀਚਰਸ ਜਾਂ ਪ੍ਰਿੰਸੀਪਲ ਨੇ ਕੀਤੀ, ਤੁਹਾਨੂੰ ਬੀਐਡ 'ਚ ਇਹ ਨਹੀਂ ਪੜ੍ਹਾਇਆ ਸੀ ਕਿ ਹਰ ਇੱਕ ਬੱਚੇ ਨੂੰ ਕਿੱਦਾਂ ਟਰੀਟ ਕਰਨਾ ਹੈ? ਬੀਐਡ ਦਾ ਤੁਸੀਂ ਕੋਰਸ ਖੋਲ੍ਹ ਕੇ ਦੇਖ ਲਓ, ਸਾਫ਼ ਉੱਥੇ ਇਹ ਗੱਲ ਲਿਖੀ ਗਈ ਹੈ। ਚਾਹੇ ਜਿੱਦਾਂ ਮਰਜ਼ੀ ਦਾ ਬੱਚਾ ਹੋਵੇ, ਡਿਸਟਰਬਿੰਗ ਚਾਈਲਡ ਹੋ, ਡਿਸਓਬੀਡੀਐਂਟ ਚਾਈਲਡ ਹੋ, ਇਨਡਿਸਿਪਲਿਨ ਚਾਈਲਡ ਹੋ, ਉਹਦੀ ਟਰੀਟਮੈਂਟ ਕਿੱਦਾਂ ਹੋਣੀ ਹੈ, ਇਹ ਤਾਂ ਤੁਹਾਡੀ ਬੀਐਡ ਦੀ ਬੁੱਕ 'ਚ ਸੀ। ਅੱਜ ਫਿਰ ਤੁਸੀਂ ਇੱਦਾਂ ਬੱਚੇ ਨਾਲ ਕਿਉਂ ਬਿਹੇਵ ਕਰ ਰਹੇ ਹੋ? ਸੈਕੰਡਲੀ ਫॉर ਚਿਲਡਰਨ, ਇਟਸ ਵੈਰੀ ਈਜ਼ੀ ਆਪਣੀ ਪ੍ਰੋਬਲਮਸ ਤੋਂ ਭੱਜਣਾ, ਰਾਈਟ? ਜਦੋਂ ਵੀ ਕੋਈ ਬੱਚਾ ਭੱਜਦਾ ਹੈ, ਰਾਈਟ, ਵੀ ਫੀਲ ਕਿ ਜੋ ਅਸੀਂ ਜਦੋਂ ਆਪਣੇ ਘਰ ਗਿਆ, ਸਕੂਲ ਵਿੱਚ ਹੈਗੇ ਆ, ਬਹੁਤ ਜ਼ਿਆਦਾ ਰੂਲਸ ਐਂਡ ਰੈਗੂਲੇਸ਼ਨ ਸੀਗੀ, ਇੱਕ ਸਟ੍ਰਿਕਟਨੈਸ ਸੀਗੀ, ਸਾਨੂੰ ਹਰ ਗੱਲ 'ਤੇ ਟੋਕਿਆ ਜਾਂਦਾ ਸੀ। ਸੋ ਵੀ ਫੀਲ ਕਿ ਅਗਰ ਅਸੀਂ ਭੱਜਾਂਗੇ ਤਾਂ ਇਹ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਰਹਿਣਗੇ, ਬਟ ਦੈਟਸ ਨਾਟ ਦ ਟਰੂਥ। ਬਾਹਰ ਦੀ ਵਰਲਡ ਇਜ਼ ਵੇ ਮੋਰ ਹਾਰਸ਼। ਤੁਸੀਂ ਅਗਰ ਰਨ ਕਰੋਗੇ, ਤੁਹਾਨੂੰ ਨਹੀਂ ਪਤਾ ਤੁਹਾਨੂੰ ਰੋਟੀ ਕਿੱਥੋਂ ਮਿਲੇਗੀ, ਤੁਸੀਂ ਕਿੱਥੇ ਰਹੋਗੇ, ਰਾਈਟ? ਆਲ ਆਫ ਦਿਸ, ਇਹ ਜੋ ਚੀਜ਼ਾਂ ਹੁੰਦੀਆਂ ਨੇ, ਅਸੀਂ ਇਹਨੂੰ ਫॉर ਗ੍ਰਾਂਟਡ ਰਹਿੰਦੇ ਕਿਉਂਕਿ ਅਸੀਂ ਘਰ ਹੁੰਦੇ ਐਂਡ ਸਾਡੇ ਪੇਰੈਂਟਸ ਸਾਨੂੰ ਇਹ ਚੀਜ਼ ਪ੍ਰੋਵਾਈਡ ਕਰਨੇ ਆ। ਬਟ ਵੈਨ ਵੀ ਗੋ ਆਊਟ,
ਇਹ ਚੀਜ਼ ਆਪਣੇ ਦਿਮਾਗ 'ਚ ਰੱਖਣਾ, ਇਫ ਐਨੀਵਨਸ ਇਵਨ ਥਿੰਕਿੰਗ ਟੂ ਰਨ ਅਵੇ, ਇਹ ਚੀਜ਼ ਆਪਣੇ ਦਿਮਾਗ 'ਚ ਜ਼ਰੂਰ ਰੱਖਣਾ ਕਿ ਇਹ ਸਾਰੀ ਬੇਸਿਕ ਚੀਜ਼ਾਂ ਦਾ ਇੰਤਜ਼ਾਮ ਤੁਸੀਂ ਕਿੱਥੋਂ ਕਰੋਗੇ। ਦੈਟਸ ਦ ਥਿੰਗ, ਥੀਸ ਥਿੰਗਸ ਡੋਂਟ ਕਮ ਈਜ਼ੀ। ਅਗਰ ਤੁਹਾਨੂੰ ਇਹ ਚੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਤੁਹਾਡੇ ਪੇਰੈਂਟਸ ਨੇ ਇਹ ਚੀਜ਼ ਅਰਨ ਕੀਤੀਆਂ ਨੇ, ਸੋ ਯੂ ਹੈਵ ਦੈਮ। ਯੂ ਵਿਲ ਨਾਟ ਗੈਟ ਥੀਸ ਥਿੰਗਸ ਈਜ਼ੀ ਅਗਰ ਤੁਸੀਂ ਭੱਜੋਗੇ। ਇਟਸ ਐਜ਼ ਸਿੰਪਲ ਐਜ਼। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਸੀ ਅਮਰਜੀਤ ਕੌਰ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਕਿ ਸਮਝਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਟੌਪਿਕ ਬਹੁਤ ਜ਼ਰੂਰੀ ਸੀ ਕਿ ਬੱਚਿਆਂ ਨੂੰ ਕਿਵੇਂ ਟਰੀਟ ਕੀਤਾ ਜਾਏ, ਕਿਉਂਕਿ ਇਹ ਘਟਨਾ ਜਿਹੜੀ ਸੀ ਕੋਈ ਛੋਟੀ ਮੋਟੀ ਘਟਨਾ ਨਹੀਂ ਸੀ। ਹਾਲਾਂਕਿ ਬੱਚੇ ਮਿਲ ਜਾਂਦੇ ਨੇ, ਘਰ ਆ ਜਾਂਦੇ ਨੇ, ਲੇਕਿਨ ਬਹੁਤ ਦੁਖਦ ਘਟਨਾ ਹੋ ਸਕਦੀ ਸੀ। ਸੋ ਅੰਤ ਭਲਾ ਸੋ ਸਭ ਭਲਾ। ਸੋ ਅਮਰਜੀਤ ਕੌਰ ਜੀ ਦਾ ਧੰਨਵਾਦ ਕਰਦੇ ਹਾਂ ਅਤੇ ਇੱਕ ਆਸ ਵੀ ਕਰਦੇ ਹਾਂ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਟੌਪਿਕ 'ਤੇ ਚਰਚਾ ਕਰਨੀ ਤਾਂ ਆਪਣਾ ਫਿਰ ਆਪਣਾ ਜਿਹੜਾ ਕੀਮਤੀ ਸਮੇਂ ਸਾਨੂੰ ਦਿੰਦੇ ਰਹਿਣਗੇ। ਜਾਂਦੇ ਜਾਂਦੇ ਫਿਰ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।